सलामकुम। सुनाओ की हाल है? ठीक हो जनाब? खरीयत ते लो जी ਤੁਹਾਨੂੰ ਅੱਜ ਜਨਾਬ ਮੇਰੀ ਅਸੀਂ ਜਿਹੜਾ ਨਾ ਕੋਈ ਜ਼ਿੰਦਗੀ ਦੇ ਜਨਾਬ ਮੇਰੀ ਅਸੂਲੋ ਜ਼ਵਾਬਤ ਜਿਹੜੇ ਨਾ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਬੰਦੇ ਦੀ ਉਮਰ 20 ਸਾਲ ਹੋਵੇ ਨਾ ਤੇ ਬੰਦੇ ਦੇ ਮੂੰਹ ਤੇ ਲਾਲੀ ਨਾ ਹੋਵੇ, ਉਹ ਬੰਦੇ ਦਾ ਚਿਹਰਾ ਜਨਾਬ ਮੇਰੀ ਲਿਸ਼ਕਦਾ ਨਾ ਹੋਵੇ ਵੀ, ਤੇ ਸਮਝ ਲਓ ਵੀ ਇਹਦਾ ਵੀ ਇਹ ਵੀ ਪਕੜ ਵਿੱਚ ਹੀ ਹੈ। ਠੀਕ ਹੈ ਨਾ। ਬੰਦਾ 20 ਸਾਲਾਂ ਦਾ ਜਿਹੜਾ ਨਾ ਉਹਦੀ ਖਾਲੀ ਸੁੱਕੀ ਰੋਟੀ ਵੀ ਹੋਵੇ ਨਾ ਤੇ ਉਹਦੇ 'ਚ ਵੀ ਬੜੀ ਕਸ਼ਿਸ਼ ਹੁੰਦੀ ਹੈ। ਅਲਬત્ਤਾ ਇਹ ਗੱਲ ਸੱਚੀ ਹੈ ਕਿ ਬਈ ਕੋਈ ਪੁੱਠਾ ਸਿੱਧਾ ਕੰਮ ਨਾ ਕਰਦਾ ਹੋਵੇ ਤੇ ਬੰਦੇ ਦੀ ਉਮਰ ਜਿਸ ਵਕਤ 30 ਸਾਲ ਹੋ ਜਾਂਦੀ ਹੈ ਨਾ ਤੇ ਉਸ ਵਕਤ ਬੰਦਾ ਜਨਾਬ ਮੇਰੀ ਚੰਗਾ ਜਨਾਬ ਮੇਰੀ ਮੈਚੋਰ ਹੋ ਜਾਂਦਾ ਹੈ, ਸਿਆਣਾ ਹੋ ਜਾਂਦਾ ਹੈ। ਫਿਰ ਘਰ ਦੇ ਸਲਾਹ ਲੈਣੀ ਸ਼ੁਰੂ ਕਰ ਦਿੰਦੇ ਨੇ ਉਹਦੇ ਕੋਲ, ਵੀ ਤੇਰੀ ਕੀ ਸਲਾਹ ਹੈ। ਤੇ ਜਦੋਂ ਬੰਦਾ 40 ਸਾਲਾਂ ਤੇ ਟੁਰ ਜਾਂਦਾ ਨਾ ਤੇ ਮੇਰਾ ਖਿਆਲ ਹੈ ਉਸ ਵਕਤ ਬੰਦੇ ਦੇ ਕੋਲੇ ਮਾਲ ਨਾ ਹੋਵੇ, ਪੈਸੇ ਨਾ ਹੋਣ ਤੇ ਉਹ ਵੀ ਪਕੜ ਵਿੱਚ ਹੀ ਹੈ। ਉਹਦੀ ਵਜ੍ਹਾ ਕਿ 40 ਸਾਲਾਂ ਦਾ ਬੰਦਾ ਜਿਹੜਾ ਹੁੰਦਾ ਨਾ ਜੀ, ਉਹਦੀ ਇਹ ਪੋਜੀਸ਼ਨ ਹੁੰਦੀ ਹੈ ਕਿ ਵੀ ਉਹਨੂੰ ਹਰ ਹਵਾਲੇ ਨਾਲ ਜਿਹੜਾ ਨਾ ਉਹ ਦੇਖਣਾ ਪੈਂਦਾ ਹੈ ਕਿ ਬਈ ਹੁਣ ਮੈਚੋਰ ਕਿਸਮ ਦੀਆਂ ਗੱਲਾਂ ਔਰ ਜਨਾਬ ਮੇਰੀ ਹਰ ਕਿਸਮ ਦੇ ਫੈਸਲੇ ਜਿਹੜੇ ਨੇ ਨਾ ਉਹ ਕੋਈ ਐਡਾ ਫਰਕ ਨਹੀਂ ਰਹਿ ਜਾਂਦਾ ਕਿ ਪੜ੍ਹੇ ਲਿਖੇ ਔਰ ਅਨਪੜ੍ਹ ਦੇ ਵਿੱਚ, ਕਿਉਂਕਿ ਉਸ ਵਕਤ ਬੰਦਾ ਸਿਆਣਾ ਹੋ ਜਾਂਦਾ ਔਰ ਵਕਤ ਦਾ ਜਨਾਬ ਮੇਰੀ ਨੋਈਅਤ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਬੰਦੇ ਨੂੰ ਸਿਆਣੇ ਕੰਮ ਕਰਨੇ ਚਾਹੀਦੇ ਨੇ। ਔਰ ਕਈ ਵਾਰੀ ਘੱਟ ਪੜ੍ਹੇ ਲਿਖੇ ਜਿਹੜੇ ਨੇ ਉਹ ਚੋਖੇ ਪੈਸੇ ਕਮਾ ਲੈਂਦੇ ਨੇ ਪੜ੍ਹਿਆ ਲਿਖਿਆ ਨਾਲੋਂ। 50 ਸਾਲ ਦਾ ਜਿਸ ਵਕਤ ਬੰਦਾ ਸਮਝ ਲਓ ਪਹੁੰਚ ਗਿਆ ਤੇ 50 ਸਾਲਾਂ ਵਿੱਚ ਬੰਦੇ ਨੂੰ ਫਿਰ ਕੋਈ ਐਡੇ ਵੱਡੇ ਫਲਸਫੇ ਦੀ ਜ਼ਰੂਰਤ ਨਹੀਂ ਹੁੰਦੀ ਹੈ ਵੀ ਕਿ ਮੇਰਾ ਕੋਠੀ ਬੰਗਲਾ ਜਿਹੜਾ ਨਾ ਉਹ ਕਿੱਡਾ ਘਰਾਉਣਾ ਚਾਹੀਦਾ। ਉਹਨੂੰ ਹੁਣ ਇਸ ਚੀਜ਼ ਦੀ ਜਨਾਬ ਮੇਰੀ ਫਿਕਰ ਲੱਗ ਜਾਂਦੀ ਹੈ ਵੀ ਮੇਰੀ ਹੁਣ ਔਲਾਦ ਵੱਡੀ ਹੁੰਦੀ ਹੈ ਪਈ ਤੇ ਮੈਂ ਇਹਨਾਂ ਨੂੰ ਕਿਸੇ ਪਾਸੇ ਲਾ ਲਵਾਂ। ਠੀਕ ਹੈ ਨਾ। ਜਿਸ ਵਕਤ 60 ਤੇ ਜਾਂਦਾ ਹੈ ਤੇ ਉਸ ਵਿਚਾਰੇ ਦਾ ਜਨਾਬ ਮੇਰੀ ਕਹਿ ਸਕਦੇ ਹੋ ਵੀ ਹੁਣ ਉਹਦੀ ਵੈਲਿਊ ਘਟਣ ਲੱਗ ਪਈ ਹੈ। ਵੀ ਜੇ ਤੇ ਉਹਨੇ ਜ਼ਿੰਦਗੀ ਪਿਛਲੀ ਸਹੀ ਗੁਜ਼ਾਰੀ ਹੈ ਨਾ ਤੇ ਫਿਰ ਤੇ ਹਰ ਬੰਦਾ ਉਹਨੂੰ ਲੰਘਦਿਆਂ ਵੜਦਿਆਂ ਚੋ ਸਭ ਕੀ ਹਾਲ ਹੈ, ਠੀਕ ਹੋ, ਤੇ ਨੰਬਰਦਾਰ ਸਾਹਿਬ ਫਲਾਣਾ ਸਾਹਿਬ ਸਾਰਾ ਹੁੰਦਾ ਰਹਿੰਦਾ। ਤੇ ਜੇ ਕੋਈ ਉਹਨੇ ਚਵਲਾਂ ਮਾਰੀਆਂ ਨੇ ਤੇ ਸਮਝ ਲਓ ਵੀ ਫਿਰ ਉਹਨੂੰ ਚੌਕੀਦਾਰ ਵੀ ਕਹਿੰਦਾ ਵੀ ਛੱਡੋ ਪਰਾਂ, ਇਹਦੀ ਕਿਹੜੀ ਗੱਲ ਹੈ। ਠੀਕ ਹੈ ਨਾ। ਤੇ 70 ਸਾਲ ਦੀ ਉਮਰ ਦੇ ਵਿੱਚ ਜਿਸ ਵਕਤ ਬੰਦਾ ਟੁੱਟ ਜਾਂਦਾ ਹੈ 60 ਤੋਂ 70 ਦੇ, ਤੇ ਫਿਰ ਉਹਨੂੰ ਘਰ ਨਾਲ ਗਰਜ਼ ਨਹੀਂ ਹੁੰਦੀ ਹੈ ਵੀ ਘਰ ਕਿੱਡਾ ਵੱਡਾ ਹੋਣਾ ਚਾਹੀਦਾ, ਡੇਰਾ ਕਿੱਡਾ ਹੋਣਾ ਚਾਹੀਦਾ। ਉਹਨੂੰ ਚੂੰਕਿ ਦਰਦਾਂ ਨੇ ਇੰਨਾ ਕੁੱਟ ਲਿਆ ਹੁੰਦਾ ਉਸ ਵਕਤ ਤੱਕ ਕਿ ਉਹਨੂੰ ਬਹਿਣ ਦੀ ਜਗ੍ਹਾ ਸਹੀ ਚਾਹੀਦੀ ਕਿ ਬਈ ਕਮ ਅਜ਼ ਕਮ ਮੇਰੇ ਬਹਿਣ ਦੀ ਉੱਠਣ ਦੀ ਜਿਹੜੀ ਹੈ ਨਾ ਜਗ੍ਹਾ ਥੋੜ੍ਹੀ ਸਕੂਨ ਦੀ ਹੋਣੀ ਚਾਹੀਦੀ, ਭਾਵੇਂ ਛੋਟਾ ਜਿਹਾ ਘਰ ਹੈ ਤੇ ਭਾਵੇਂ ਵੱਡਾ ਕੋਈ ਡੇਰਾ ਹੈ। ਤੇ ਜੇ ਉਹਦੇ ਵਿੱਚ ਸੁੱਖ 'ਚ ਨਹੀਂ ਨਾ ਆਵੇ ਤਾਂ ਉਹਦੇ ਵਾਸਤੇ ਡੇਰਾ ਕਿਸੇ ਕੰਮ ਦਾ ਨਹੀਂ ਹੁੰਦਾ। 80 ਸਾਲਾਂ ਦੇ ਜਿਸ ਵਕਤ ਬੰਦਾ ਟੁਰ ਜਾਂਦਾ ਹੈ ਤੇ 80 ਸਾਲਾਂ ਵਿੱਚ ਸਮਝ ਲਓ ਵੀ ਜੇ ਅਗਰ ਉਹ ਵਿਚਾਰਾ ਜਨਾਬ ਮੇਰੀ ਸਾਰੀ ਰਾਤ ਜਾਗਦਾ ਵੀ ਰਿਹਾ ਦਿਨ ਨੂੰ ਵੀ ਤੇ ਉਹਨੇ ਕਿਹੜਾ ਤੀਰ ਮਾਰ ਲੈਣੇ ਨੇ, ਕਿਉਂਕਿ ਹੁਣ ਉਹਦੇ ਸੌਣ ਨਾਲ ਤੇ ਜਾਗਣ ਨਾਲ ਕੋਈ ਫਰਕ ਨਹੀਂ ਪੈਂਦਾ। ਔਲਾਦ ਐਡੀ ਕਰ ਹੋ ਜਾਂਦੀ ਹੈ ਕਿ ਫਿਰ ਉਹ ਸਮਝਦੀ ਹੈ ਵੀ ਬਾਬੇ ਦਾ ਕਮਰਾ ਕਿਹੜਾ ਹੋਣਾ ਚਾਹੀਦਾ। ਤੇ 90 ਸਾਲਾਂ ਵਿੱਚ ਬੰਦੇ ਨੂੰ ਖੁਦ ਸੋਚਣਾ ਚਾਹੀਦਾ ਹੈ। ਸੋਚ ਤੇ ਖੈਰ ਉਹਨੂੰ ਸ਼ੁਰੂ ਤੋਂ ਰੱਖਣੀ ਚਾਹੀਦੀ ਹੈ, ਲੇਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੇ ਜ਼ਿੰਦਗੀ ਦੇ ਦਿਨ ਹੈ ਨੇ ਉਹ ਮਸਲੇ ਦੇ ਲੰਘ ਜਾਣ ਤੇ ਅੱਲਾ ਤੋਬਾ ਕਰਦੇ ਹਾਂ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੇ ਬਾਕੀ ਪਿਛਲੀਆਂ ਮਾਫੀਆਂ इंशाल्लाह जनाब मेरी अल्लाह बड़े करीम ने, जे अगर जनाब मेरी माफ़ करने ते आवन तो क्या पता है किसी एक गल तो ही माफ़ कर दें, वो तो बड़ा रहीम है ना। तो इंशाल्लाह मुलाकात तुहाडे नाल रवेगी। तो साडे इस चैनल नूं यार सबसक्राइब करिया करो और अपनियां दोस्तां और जनाब मेरी सज्जणा नूं दूसरा नूं भी जनाब मेरी सेंड करिया करो ताकि साडा समझ लो साडे वास्ते यही गिफ्ट है तुहाडा। तो इंशाल्लाह मुलाकात रवेगी। अल्लाह दे हवाले।